ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਨੇ ਅਤੇ ਕਈ ਵਿਦਵਾਨ ਜਨਾਂ ਨੇ ਮੰਨਿਆ ਹੈ ਕਿ ਗੁਰੂ ਦੀਆਂ ਵੀ 4 ਕਿਸਮਾਂ ਹਨ। ਇੱਕ ਹੁੰਦਾ ਹੈ ਭ੍ਰਿੰਗੀ ਗੁਰੂ, ਇੱਕ ਹੁੰਦਾ ਹੈ ਪਾਰਸ ਗੁਰੂ, ਇੱਕ ਹੁੰਦਾ ਹੈ ਬਾਵਨ ਚੰਦਨ ਗੁਰੂ ਤੇ ਇੱਕ ਹੁੰਦਾ ਹੈ ਦੀਪਕ ਗੁਰੂ। ਜਿਹੜਾ ਭ੍ਰਿੰਗੀ ਗੁਰੂ ਹੈ ਉਹ ਕਿਸੇ ਖਾਸ ਜਾਤੀ ਦੇ ਕੀੜਿਆਂ ਨੂੰ ਆਪਣੇ ਘਰ ਵਿੱਚ ਲਿਆ ਕੇ ਦਰਵਾਜ਼ੇ ਤੇ ਟੰਗ ਕੇ ਉਹਨਾਂ ਦਾ ਧਿਆਨ ਕਰਦਾ ਹੈ ਤੇ ਆਪਣੇ ਵਰਗਾ ਬਣਾ ਲੈਂਦਾ ਹੈ, ਪਰ ਸਾਰਿਆਂ ਨੂੰ ਨਹੀਂ, ਕਿਸੇ ਖਾਸ ਜਾਤੀ ਦੇ ਕੀੜੇ ਨੂੰ। ਇਸੇ ਤਰ੍ਹਾਂ ਜਿਹੜਾ ਭ੍ਰਿੰਗੀ ਗੁਰੂ ਹੈ ਉਹ ਸਾਰਿਆਂ ਨੂੰ ਬ੍ਰਹਮ ਗਿਆਨ ਨਹੀਂ ਦੇ ਸਕਦਾ। ਕਿਸੇ ਖਾਸ ਜਿਹੜੇ ਉਹਨਾਂ ਦੇ ਸੰਬੰਧੀ ਹਨ ਜਾਂ ਰਿਸ਼ਤੇਦਾਰ ਹਨ, ਉਹਨਾਂ ਨੂੰ ਹੀ ਆਪਣੇ ਵਰਗਾ ਬਣਾਉਂਦਾ ਹੈ, ਸਾਰਿਆਂ ਨੂੰ ਨਹੀਂ। ਇਸੇ ਤਰ੍ਹਾਂ ਜਿਹੜਾ ਪਾਰਸ ਗੁਰੂ ਹੈ, ਪਾਰਸ ਦਾ ਸੁਭਾਅ ਹੈ ਜੇ ਲੋਹੇ ਦੀਆਂ 8 ਧਾਤਾਂ ਨੂੰ ਪਾਰਸ ਦੇ ਨਾਲ ਸੁਹਾ ਦਈਏ, ਲੋਹੇ ਦੀਆਂ 8 ਧਾਤਾਂ ਸੋਨੇ ਵਿੱਚ ਤਬਦੀਲ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜਾ ਪਾਰਸ ਗੁਰੂ ਹੈ ਉਹ ਆਈ ਹੋਈ ਸੰਗਤ ਨੂੰ ਸੋਨੇ ਵਰਗੇ ਤਾਂ ਜ਼ਰੂਰ ਬਣਾ ਦੇਵੇਗਾ, ਪਰ ਆਪਣਾ ਰੂਪ ਨਹੀਂ ਦਿੰਦਾ। ਪਾਰਸ ਸੋਨੇ ਵਰਗਾ ਤਾਂ ਉਹਨਾਂ ਦਾ ਮਨ ਬਣ ਜਾਵੇਗਾ ਜਿਹੜੇ ਪਾਰਸ ਗੁਰੂ ਦੀ ਸੰਗਤ ਕਰ ਸਕਦੇ ਹਨ, ਪਰ ਪਾਰਸ ਨਹੀਂ ਬਣ ਸਕਦੇ, ਕਿਉਂਕਿ ਸਮਰੱਥਾ ਨਹੀਂ ਹੈ ਕੋਲ। ਇਸੇ ਤਰ੍ਹਾਂ ਬਾਵਨ ਚੰਦਨ ਗੁਰੂ, ਜਿਹੜਾ ਬਾਵਨ ਚੰਦਨ ਗੁਰੂ ਹੈ, ਚੰਦਨ ਦਾ ਜਿਹੜਾ ਰੁੱਖ ਹੈ ਨਾ, ਚੰਦਨ ਦਾ ਰੁੱਖ ਆਸ ਪਾਸ ਦੇ ਜਿੰਨੇ ਵੀ ਰੁੱਖ ਵਸਦੇ ਹਨ ਜਾਂ ਰੁੱਖ ਲੱਗੇ ਹਨ, ਸਾਰਿਆਂ ਵਿੱਚ ਚੰਦਨ ਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ, ਪਰ ਹਰ ਸਮੇਂ ਨਹੀਂ। ਜਦੋਂ ਬਸੰਤ ਰੁੱਤ ਆਉਂਦੀ ਹੈ, ਬਸੰਤ ਰੁੱਤ ਵੇਲੇ ਚੰਦਨ ਦੇ ਰੁੱਖ ਦੇ ਪਾਸ ਜਿੰਨੇ ਵੀ ਰੁੱਖ ਲੱਗੇ ਹਨ, ਸਾਰਿਆਂ ਦੇ ਵਿੱਚ ਚੰਦਨ ਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ, ਪਰ ਚੰਦਨ ਦੇ ਰੁੱਖ ਦੇ ਨੇੜੇ ਜੇ ਕਿਤੇ ਬਾਂਸ ਦਾ ਰੁੱਖ ਹੋਵੇ ਤੇ ਬਾਂਸ ਦੇ ਰੁੱਖ ਦੇ ਵਿੱਚ ਚੰਦਨ ਦੀ ਸੁਗੰਧੀ ਨਹੀਂ ਆਉਂਦੀ। ਇਸੇ ਤਰ੍ਹਾਂ ਜਿਹੜਾ ਬਾਵਨ ਚੰਦਨ ਗੁਰੂ ਹੈ ਉਹ ਸਾਰਿਆਂ ਦਾ ਸੁਭਾਅ ਤੇ ਬਦਲ ਸਕਦਾ ਹੈ, ਪਰ ਜਿਹੜਾ ਹੰਕਾਰੀ ਮਨੁੱਖ ਹੈ, ਬਾਂਸ ਵਰਗਾ ਜਿਹਦਾ ਸੁਭਾਅ ਹੈ, ਉਸ ਦੇ ਸੁਭਾਅ ਵਿੱਚ ਤਬਦੀਲੀ ਨਹੀਂ ਲਿਆ ਸਕਦਾ। ਇਸੇ ਤਰ੍ਹਾਂ ਦੀਪਕ ਗੁਰੂ, ਦੀਪਕ ਦਾ ਸੁਭਾਅ ਹੈ ਜੇ ਜਗਦਾ ਹੋਵੇ ਤੇ ਬਾਕੀ ਦੀਵੇ ਬੁਝੇ ਹੋਣ। ਇੱਕ ਜਗਦਾ ਹੋਇਆ ਦੀਪਕ ਦੀਵਾ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ। ਜੇ ਦੀਵੇ ਵਿੱਚ ਤੇਲ ਹੋਵੇ, ਵੱਟੀ ਹੋਵੇ ਤੇ ਫੇਰ ਹੀ ਜਗਾਵੇਗਾ। ਜੇ ਖਾਲੀ ਹੋਵੇ, ਇੱਕਦਮ ਖਾਲੀ ਕੋਰਾ ਹੋਵੇ
फिर किस तरह जगेगा। इसे तरह ਜਿਹੜਾ ਦੀਪਕ ਗੁਰੂ ਹੈ, जिस दे अंदर नाम दा प्रकाश है, शब्द दा प्रकाश है, जिस दे अंदर जोत जगदी है, ਉਹ ਦੂਜਿਆਂ ਦੇ ਅੰਦਰ ਵੀ ਚਾਨਣ ਕਰ ਸਕਦਾ ਹੈ, ਜੋਤ ਨੂੰ ਪ੍ਰਗਟ ਕਰ ਸਕਦਾ ਹੈ। ਪਰ ਪ੍ਰਗਟ ਉਹਨਾਂ ਅੰਦਰ ਜੋਤ ਹੋਵੇਗੀ, ਚਾਨਣ ਪ੍ਰਕਾਸ਼ ਉਹਨਾਂ ਅੰਦਰ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ, ਮਨ ਵਿੱਚ ਗੁਰੂ ਦੇ ਪ੍ਰਤੀ ਭਾਵਨਾ ਦਾ ਤੇਲ ਹੋਵੇ, ਸ਼ਰਧਾ ਦੀ ਵੱਟੀ ਹੋਵੇ, ਪ੍ਰੇਮ ਦੀ ਵੱਟੀ ਹੋਵੇ। ਉਹਨਾਂ ਦੇ ਅੰਦਰ ਹੀ ਫਿਰ ਭਾਈ ਦੀਵਾ ਜਗਦਾ ਹੈ, ਨਾਮ ਦਾ ਪ੍ਰਕਾਸ਼ ਹੁੰਦਾ ਹੈ, ਜੋਤ ਉਹਨਾਂ ਅੰਦਰ ਪ੍ਰਗਟ ਹੁੰਦੀ ਹੈ। ਇਹ ਹਨ 4 ਕਿਸਮ ਦੇ ਗੁਰੂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਵਿੱਚ ਸਾਰੇ ਗੁਣ ਹਨ, ਸਰਬ ਕਲਾ ਸਮਰੱਥ ਹਨ। 16 ਕਲਾ ਸੰਪੂਰਨ ਫਲਿਆ, ਅਨਕ ਕਲਾ ਹੋਏ ਠਾਕੁਰ ਚੜਿਆ। 16 ਕਲਾ ਸੰਪੂਰਨ ਫਲਿਆ, ਅਨਕ ਕਲਾ ਹੋਏ ਠਾਕੁਰ ਚੜਿਆ। ਬੇਅੰਤ ਸ਼ਕਤੀਆਂ ਦੇ ਅਧੀਨ ਆਏ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਰਬ ਕਲਾ ਸਮਰੱਥ ਹਨ, ਸਮਰੱਥ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਨਾਂ ਵਿੱਚ ਪਾਰਸ ਵਰਗੇ ਵੀ ਗੁਣ ਹਨ, ਚੰਦਨ ਵਰਗੇ ਵੀ ਗੁਣ ਹਨ, ਦੀਪਕ ਵਰਗੇ ਵੀ ਗੁਣ ਹਨ। ਉਹਨਾਂ ਗੁਰੂਆਂ ਨਾਲੋਂ ਕਿਤੇ ਜ਼ਿਆਦਾ ਗੁਣ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕਿਉਂਕਿ ਸਤਿਗੁਰੂ ਫਰਕ ਨਹੀਂ ਸਮਝਦੇ, ਸਿੱਖ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਖਾਲਸਾ मेरो रूप है खास, खालसे मैं हो करो नवास। गुरु ਸਾਹਿਬ ਜੀ ਸਾਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਸਿੱਖ ਗੁਰੂ, ਗੁਰੂ ਸਿੱਖ ਹੈ, ਏਕੋ ਗੁਰ ਉਪਦੇਸ਼ ਚਲਾਏ। ਸਤਿਗੁਰੂ ਆਖਦੇ ਹਨ ਸਿੱਖ ਦੇ ਵਿੱਚ ਤੇ ਗੁਰੂ ਵਿੱਚ ਕੋਈ ਵੀ ਫਰਕ ਨਹੀਂ ਹੈ। ਜਿਹੜਾ ਵੀ ਸਿੱਖ ਮੇਰੀ ਸੰਗਤ ਕਰੇਗਾ, ਨਾਮ ਜਪੇਗਾ, ਬਾਣੀ ਨੂੰ ਪੜ੍ਹੇਗਾ, ਸਵਾਸ ਸਵਾਸ ਸਿਮਰਨ ਕਰੇਗਾ, ਗੁਰੂ ਦੇ ਦਿੱਤੇ ਹੋਏ, ਗੁਰੂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕਰੇਗਾ, ਉਹ ਖੁਦ ਗੁਰੂ ਵਰਗਾ ਹੀ ਬਣ ਜਾਵੇਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਤਿਗੁਰੂ ਆਖਦੇ ਹਨ ਹਰੀ ਦਾ ਦਾਸ ਤਾਂ ਹਰੀ ਵਰਗਾ ਹੀ ਹੋਣਾ ਚਾਹੀਦਾ ਹੈ, ਗੁਰੂ ਵਰਗਾ ਹੀ ਹੋਣਾ ਚਾਹੀਦਾ ਹੈ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਦੋਂ ਆਪਾਂ ਸਤਿਗੁਰੂ ਦੀ ਸੰਗਤ ਕਰਾਂਗੇ ਤੇ ਸਤਿਗੁਰੂ ਜੀ ਸਾਨੂੰ ਨਾਮ ਜਪਾ ਕੇ, ਬਾਣੀ ਦਾ ਅਭਿਆਸ ਕਰਵਾ ਕੇ, ਸਾਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾ ਕੇ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਇਹ ਵਡਿਆਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ। ਸੋ ਸੰਗਤ ਬਹੁਤ ਜ਼ਰੂਰੀ ਹੈ। ਸੰਗਤ ਇਨਸਾਨ ਦਾ ਸੁਭਾਅ ਹੈ ਕਿ ਮਨੁੱਖ ਜਿਸ ਸੁਸਾਇਟੀ ਵਿੱਚ, ਸੰਗਤ ਵਿੱਚ ਬੈਠਦਾ ਹੈ, ਮਨੁੱਖ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਮਨੁੱਖ ਨੂੰ ਜਿਸ ਤਰ੍ਹਾਂ ਦੀ ਸੰਗਤ ਮਿਲੇ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਜੇ ਇਸ ਨੂੰ ਚੋਰਾਂ ਦੀ ਸੰਗਤ ਮਿਲੇ, ਚੋਰਾਂ ਵਰਗਾ ਬਣ ਜਾਵੇਗਾ। ਜੇ ਡਾਕੂਆਂ ਦੀ ਸੰਗਤ ਮਿਲੇ ਤੇ ਡਾਕੂਆਂ ਵਰਗਾ ਬਣ ਜਾਵੇਗਾ। ਤੇ ਜਿਹੜੇ ਵਿਸ਼ੇ ਵਿਕਾਰਾਂ ਨਾਲ ਭਰੇ ਰਹਿੰਦੇ ਹਨ, ਜਿਨ੍ਹਾਂ ਨੇ ਸਿਰਫ ਵਿਸ਼ਿਆਂ ਦੀ ਗੱਲ ਕਰਨੀ ਹੈ, ਜੇ ਉਹਨਾਂ ਦੀ ਸੰਗਤ ਕਰੇਗਾ ਤੇ ਬਦਮਾਸ਼ ਬਣੇਗਾ, ਵਿਕਾਰੀ ਮਨੁੱਖ ਬਣ ਜਾਵੇਗਾ। ਪਰ ਜੇ ਵਿਦਵਾਨਾਂ ਦੀ ਸੰਗਤ ਕਰੇ ਤੇ ਵਿਦਵਾਨ, ਗਿਆਨੀ, ਧਿਆਨੀ ਬਣੇਗਾ। ਜੇ ਸੂਰਮਿਆਂ ਦੀ ਸੰਗਤ ਕਰੇ ਤੇ ਸੂਰਮਾ ਬਣੇਗਾ, ਯੋਧਾ ਬਣੇਗਾ। ਇਸੇ ਤਰ੍ਹਾਂ ਜੇ ਭਜਨ ਸਿਮਰਨ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰੇ ਤੇ ਮਹਾਂਪੁਰਖ ਹੀ ਬਣ ਜਾਵੇਗਾ। ਸੋ ਸੰਗਤ ਵਿੱਚ ਬੜੀ ਤਾਕਤ ਹੈ। ਸੋ ਸਤਿਗੁਰੂ ਸਾਨੂੰ ਆਪਣੇ ਵਰਗਾ ਤਦ ਹੀ ਬਣਾਉਣਗੇ ਜੇ ਆਪਾਂ ਸਤਿਗੁਰੂ ਦੀ ਸੰਗਤ ਕਰਾਂਗੇ।
क्योंकि मनुख का सुभाव है जिस तरह की संगत करता है उस तरह का बन जाता है। जैसी संगत तैसी रंगत। जां फिर किसी अंग्रेज विद्वान ने लिखिया है, मैन इज़ द रिजल्ट ऑफ हिज इनवायरनमेंट्स, कि जिस तरह की संगत करता है जीव उस तरह का बन जाता है। संगत भी तीन तरह की है। एक संगत है धार्मिक किताबां पुस्तकां पढ़नियां ਜਿਹੜੀਆਂ उत्तम पुस्तकां ਹਨ, महापुरखां ਦੀਆਂ लिखियां ਹੋਈਆਂ, ਚੰਗੇ विद्वानां ਦੀਆਂ लिखियां ਹੋਈਆਂ ਜਿਹੜੀਆਂ पुस्तकां ਹਨ ਉਹਨਾਂ ਨੂੰ पढ़ना ਇਹ भी एक गुरु की संगत करन दे बराबर है। एक संगत है उत्तम ਜਿਹੜੇ पुरुष ਹਨ, विवेक मत वाले, अभ्यासी, नितनेमी, बाणी अते बाणे विच परपक रहण वाले ਜਿਹੜੇ पुरुष ਹਨ ਉਹਨਾਂ ਦੀ संगत। तीजी संगत है परमात्मा की संगत करनी। आत्मा परमात्मा की संगत करदी है। धार्मिक किताबां की संगत करदे हां शरीर करके मन करके, महापुरखां की संगत करदे हां शरीर करके मन करके, पर वाहिगुरु जी की संगत आत्मा करके हुंदी है। वाहिगुरु जी की संगत करन वास्ते सानू धार्मिक किताबां की संगत करनी पवेगी। वाहिगुरु जी की संगत करन वास्ते सानू चंगे गुरमुख प्यारियां की संगत करनी पवेगी। धन श्री गुरु ग्रंथ साहिब जी की संगत करनी पवेगी। परमात्मा की संगत करन वास्ते किताबां की संगत करनी ते गुरमुख प्यारियां की संगत करनी, ये एक जरिया है। ये सारा कुछ जरिया है परमात्मा तक पहुँचण दा। ते आपां परमात्मा तक सीधे नहीं पहुँच सकते, विच विचोला पाउणा पैंदा है। जदों विच विचोला पावांगे ते विचोले की सहायता नाल ही आपां दरगाह विच जा सकदे हां। जैसा सतगुर सुणीदा तैसो ही मैं ढीठ, विछड़िया मेले प्रभु हर दरगह का बसीठ। बसीठ आखदे हन विचोले नूं। सतगुरु आत्मा ते परमात्मा दा विचोला है। आत्मा नूं परमात्मा दे नाल मिलाउण वाला कौन है? सतगुरु दरगाह दा विचोला है। सो भाई संगत करनी अत जरूरी है। संगत करन तो बिना कदे भी आपां परमात्मा नूं समझ नहीं सकदे ते ना ही परमात्मा दी संगत कर सकदे हां। इस करके भाई धन श्री गुरु ग्रंथ साहिब जी ऐसे गुरु हन जिन्हां विच पारस वर्गे भी गुण हन, चंदन वर्गे भी गुण हन। मैं तां इह आखांगा कि धन श्री गुरु ग्रंथ साहिब जी दे विच कई हज़ार गुणा गुण चंदन गुरु नालों दीपक गुरु नालों पारस गुरु नालों ज़्यादा गुण हन धन श्री गुरु ग्रंथ साहिब जी दे विच। सतगुरु कदे भी अपने विच ते सिख विच बिल्कुल एक तिल मातर भी फर्क नहीं समझते। ऐसा सुभाव है धन श्री गुरु नानक साहिब जी महाराज का। धन श्री गुरु गोबिंद सिंह साहिब जी का सुभाव ऐसा है। भावें आपां किन्ने भी अपराध गुनाह क्यों ना कर लईए, किन्नियां भी कमियां अपने विच क्यों ना होण, पर सतगुरु का सुभाव पता कैसा है? एक पिता वर्गा माँ वर्गा सुभाव है। जैसा बालक भाए सो भाई, लख अपराध कमावे कर उपदेश, झिड़के बहु भांति बाहोड़ पिता गल लावे। अपने विच भावें किन्नियां भी कमियां क्यों ना होण, पर सतगुरु कदे भी सिख दी बांह नहीं छड्डदे, कदे भी सिख दा हथ नहीं छड्डदे जी। सो ऐसा सुभाव है धन श्री गुरु नानक साहिब जी महाराज का, धन श्री गुरु ग्रंथ साहिब जी का। वड्डियां भागां वाले हन
ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਮਿਲਦੀ ਹੈ ਜੀ। ਸੋ ਬੇਨਤੀਆਂ ਪ੍ਰਵਾਨ ਕਰੋ। ਅਗਲੇ ਭਾਗ ਵਿੱਚ ਆਪਾਂ ਇਹ ਸਰਵਣ ਕਰਾਂਗੇ ਕਿ ਧਾਰਮਿਕ ਪੋਥੀਆਂ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ ਹਨ, ਉਹ ਕਿਹੜੇ ਮਹਾਂਪੁਰਖ ਹਨ ਜਿਨ੍ਹਾਂ ਦੀ ਸੰਗਤ ਕਰਨੀ ਚਾਹੀਦੀ ਹੈ, ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਿਸ ਤਰ੍ਹਾਂ ਹੋਵੇ, ਇਹ ਅਗਲੇ ਭਾਗ ਵਿੱਚ ਸਰਵਣ ਕਰਾਂਗੇ ਜੀ। ਸੋ ਬੇਨਤੀਆਂ ਪ੍ਰਵਾਨ ਕਰੋ। ਆਓ ਗੁਰੂ ਫਤਿਹ ਨਾਲ ਸਾਂਝ ਪਾ ਕੇ ਸਤਿਗੁਰੂ ਦੀ ਅਸੀਸ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।